Hello everyone, how are you all? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 6th ਕਲਾਸ ਦਾ 3rd ਲੈਸਨ ਹੈਲਦੀ ਫੈਮਿਲੀ ਰਿਲੇਸ਼ਨ, ਜਿਹਦਾ ਮਤਲਬ ਹੈ ਸਿਹਤਮੰਦ ਪਰਿਵਾਰਕ ਸੰਬੰਧ। The most beautiful thing in this world is to see your parents smiling and to know that you are the reason behind that smile. Anonymous. ਹੁਣ ਇਹ ਨਹੀਂ ਪਤਾ ਇਹ ਕਿਹਾ ਕਿਨੇ ਹੈ। Anonymous ਦਾ ਮਤਲਬ ਇਹ ਹੁੰਦਾ ਹੈ ਵੀ ਜਾਣਕਾਰੀ ਨਹੀਂ ਹੈ। ਤੇ ਇੱਥੇ ਲਿਖਿਆ ਗਿਆ ਹੈ ਕਿ ਇਸ ਦੁਨੀਆ ਦੀ ਸਭ ਤੋਂ ਖੂਬਸੂਰਤ ਚੀਜ਼ ਭਾਵਨਾ ਇਹ ਹੈ ਕਿ ਤੁਸੀਂ ਆਪਣੇ ਮਾਪਿਆਂ ਨੂੰ ਮੁਸਕਰਾਉਂਦੇ ਹੋਏ ਦੇਖੋ ਅਤੇ ਉਸ ਮੁਸਕਰਾਹਟ ਦਾ ਕਾਰਨ ਵੀ ਤੁਸੀਂ ਹੋਵੋ ਤਾਂ ਹੋਰ ਵੀ ਵਧੀਆ ਗੱਲ ਹੈ ਕਿ ਨਹੀਂ ਬੱਚਿਓ? ਤਾਂ ਹਮੇਸ਼ਾ ਕੋਸ਼ਿਸ਼ ਕਰਿਓ ਕਿ ਤੁਸੀਂ ਆਪਣੀ ਮਾਪਿਆਂ ਦੀ ਗੱਲ ਮੰਨੋ ਤੇ ਉਹਨਾਂ ਨੂੰ ਖੁਸ਼ ਰੱਖੋ। ਅੱਗੇ ਚੱਲਦੇ ਹਾਂ। ਇੰਟਰੋਡਕਸ਼ਨ। Dear children, family is a gift given to the human being which plays the most important role in beautifying her life. ਪਿਆਰੇ ਬੱਚਿਓ, ਪਰਿਵਾਰ ਮਨੁੱਖ ਨੂੰ ਦਿੱਤਾ ਇੱਕ ਤੋਹਫਾ ਹੈ ਜੋ ਉਸਦੀ ਜ਼ਿੰਦਗੀ ਨੂੰ ਸੁੰਦਰ ਬਣਾਉਂਦਾ ਹੈ ਤੇ ਸੁੰਦਰ ਬਣਾਉਣ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। No matter where you go in the world and whatever we become, our mind and soul always stay in our home because home is the place where our family lives. ਤੇ ਇੱਥੇ ਕਿਹਾ ਗਿਆ ਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਦੁਨੀਆ ਵਿੱਚ ਕਿੱਥੇ ਜਾਂਦੇ ਹਾਂ ਜਾਂ ਕਿੱਥੇ ਰਹਿੰਦੇ ਹਾਂ ਜਾਂ ਜੋ ਵੀ ਅਸੀਂ ਬਣਦੇ ਹਾਂ, ਸਾਡਾ ਮਨ ਅਤੇ ਆਤਮਾ ਹਮੇਸ਼ਾ ਸਾਡੇ ਘਰ ਵਿੱਚ ਹੀ ਰਹਿੰਦੀ ਹੈ ਕਿਉਂਕਿ ਘਰ ਉਹ ਥਾਂ ਹੈ, ਉਹ ਜਗ੍ਹਾ ਹੈ ਜਿੱਥੇ ਸਾਡਾ ਪਰਿਵਾਰ ਰਹਿੰਦਾ ਹੈ। We all love our family very much. ਅਸੀਂ ਸਾਰੇ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਹਾਂ। While answering the following questions, let's see how much we know about our family. ਤੇ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿੰਦੇ ਹੋਏ ਆਓ ਦੇਖੀਏ ਕਿ ਅਸੀਂ ਆਪਣੇ ਪਰਿਵਾਰ ਬਾਰੇ ਕਿੰਨਾ ਕੁ ਜਾਣਦੇ ਹਾਂ। ਇੱਥੇ ਲਿਖਿਆ ਹੈ My family and I. ਮੇਰਾ ਪਰਿਵਾਰ ਅਤੇ ਮੈਂ। ਪਹਿਲਾ ਸਵਾਲ ਹੈ There are total dash members in my family. ਮੇਰੇ ਪਰਿਵਾਰ ਵਿੱਚ ਕੁੱਲ ਕਿੰਨੇ ਮੈਂਬਰ ਹੈਗੇ ਨੇ? ਆਪਾਂ ਲਿਖ ਦਿੰਦੇ ਹਾਂ 6। Names of my family members and my relationship with them. ਮੇਰੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਤੇ ਉਹਨਾਂ ਨਾਲ ਮੇਰਾ ਰਿਸ਼ਤਾ। ਸਭ ਤੋਂ ਪਹਿਲਾਂ ਮੇਰਾ ਭਰਾ ਜਾਏਗਾ ਹਰਮਨ, brother, ਰੁਪਿੰਦਰ, mother, ਤੇ ਮਦਰ ਦੇ ਅੱਗੇ ਹਮੇਸ਼ਾ ਬੱਚਿਓ ਮਿਸਿਸ ਲਾਣਾ ਹੈ, ਠੀਕ ਹੈ। ਪਾਪਾ ਦੇ ਨਾਂ ਦੇ ਅੱਗੇ ਮਿਸਟਰ, ਹਰਪ੍ਰੀਤ, ਫਾਦਰ, ਮਿਸਿਸ, ਕਰਮਜੀਤ, ਇਹ ਹੈਗੇ ਨੇ ਮੇਰੇ ਗ੍ਰੈਂਡਮਦਰ, ਮਿਸਟਰ ਸੁਖਵਿੰਦਰ, ਇਹ ਹੈਗੇ ਨੇ ਮੇਰੇ ਗ੍ਰੈਂਡਫਾਦਰ ਤੇ ਇੱਕ ਮੈਂ, ਮੇਰਾ ਨਾਮ ਹੈ ਅਮਨ। ਠੀਕ ਹੈ ਬੱਚਿਓ, ਇੰਜ ਕਰਕੇ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਤੇ ਉਹਨਾਂ ਦਾ ਨਾਲ ਜਿਹੜਾ ਤੁਹਾਡਾ ਰਿਸ਼ਤਾ ਹੈ ਉਹ ਵੀ ਲਿਖ ਸਕਦੇ ਹੋ। ਤੀਜਾ I am the eldest, intermediate, smallest of my siblings. ਇੱਥੇ ਪੁੱਛਿਆ ਵੀ ਮੈਂ ਆਪਣੇ ਭੈਣ ਭਰਾਵਾਂ, siblings ਦਾ ਮਤਲਬ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹਾਂ, ਵਿਚਕਾਰਲਾ ਹਾਂ ਜਾਂ ਸਭ ਤੋਂ ਛੋਟਾ ਹਾਂ। ਮੈਂ ਤਾਂ ਜੀ ਸਭ ਤੋਂ ਛੋਟਾ ਹਾਂ, smallest. Write down the 3 advantages and disadvantages of being in dash position among siblings. ਤੇ ਸਭ ਤੋਂ ਛੋਟਾ ਹੋਣ ਦੇ ਤੁਸੀਂ ਜਿਹੜੇ ਫਾਇਦੇ ਹੈਗੇ ਨੇ ਉਹ ਵੀ ਦੱਸਦੇ ਨੇ ਤੇ ਜਿਹੜੇ ਨੁਕਸਾਨ, ਡਿਸਐਡਵਾਂਟੇजेस ਮਤਲਬ ਨੁਕਸਾਨ, ਉਹ ਵੀ ਦੱਸਦੇ ਨੇ। ਕਿਉਂਕਿ ਮੈਂ ਸਭ ਤੋਂ ਛੋਟਾ ਹਾਂ, smallest position, ਸਭ ਤੋਂ ਪਹਿਲਾਂ you get
to learn from your siblings ਮਿਸਟੇਕਸ। ਮੰਨ ਲਓ ਤੁਹਾਡੇ ਭੈਣ ਭਰਾ ਨੇ ਕੋਈ ਗਲਤੀ ਕੀਤੀ ਹੈ, ਤੁਸੀਂ ਉਹਨਾਂ ਤੋਂ ਉਹ ਸਿੱਖ ਸਕਦੇ ਹੋ ਤੇ ਆਪ ਉਹ ਗਲਤੀ ਨਹੀਂ ਕਰ ਸਕਦੇ। ਦੂਜਾ, ਨੋ ਐਕਸਟਰਾ ਪ੍ਰੈਸ਼ਰ, ਕਿਉਂਕਿ ਤੁਸੀਂ ਸਭ ਤੋਂ ਜ਼ਿਆਦਾ ਛੋਟੇ ਹੈਗੇ ਹੋ, ਲਾਡਲੇ ਹੈਗੇ ਹੋ, ਤਾਂ ਕੋਈ ਪ੍ਰੈਸ਼ਰ ਨਹੀਂ ਹੈ ਕਿ ਤੁਸੀਂ ਸਭ ਦਾ ਧਿਆਨ ਰੱਖਣਾ, ਤੁਸੀਂ ਆਪਣਾ ਧਿਆਨ ਰੱਖੋ, ਬਹੁਤ ਜ਼ਰੂਰੀ ਹੈ। ਤੇ ਤੀਜਾ, you never get blamed for anything, ਜਿਹਦਾ ਮਤਲਬ ਹੈ ਕਿਸੇ ਵੀ ਗੱਲ ਦਾ ਤੁਹਾਡੇ ਤੇ ਬਲੇਮ ਜਾਂ ਤੁਹਾਡੇ ਤੇ ਇਲਜ਼ਾਮ ਜਾਂ ਦੋਸ਼ ਨਹੀਂ ਆਂਦਾ। ਤੇ ਚੌਥਾ, you get to do everything first। ਜਦ ਵੀ ਕੋਈ ਚੀਜ਼ ਆਉਂਦੀ ਹੈ ਤਾਂ ਹੀ ਕਿਹਾ ਜਾਂਦਾ ਹੈ ਨਾ ਵੀ ਇਹ ਛੋਟੇ ਜਿਹੇ ਬੱਚੇ ਨੂੰ ਦੋ ਸਭ ਤੋਂ ਪਹਿਲਾਂ। ਤਾਂ ਇਹ ਫਾਇਦੇ ਹੈਗੇ ਨੇ। ਨੁਕਸਾਨ ਕੀ ਕੀ ਨੇ? ਸਭ ਤੋਂ ਪਹਿਲਾਂ, you will always feel younger than your siblings। ਤੁਹਾਡੇ ਭੈਣ ਭਰਾਵਾਂ ਤੋਂ ਤੁਹਾਨੂੰ ਹਮੇਸ਼ਾ ਹੀ ਲੱਗੇਗਾ ਵੀ ਮੈਂ ਸਭ ਤੋਂ ਜ਼ਿਆਦਾ ਛੋਟਾ ਹਾਂ। ਦੂਜਾ, your parents would always tell them to look after you। ਤੁਹਾਡੇ ਭੈਣ ਭਰਾਵਾਂ ਨੂੰ ਹਮੇਸ਼ਾ ਕਿਹਾ ਜਾਏਗਾ ਵੀ ਸਕੂਲ ਵਿੱਚ ਇਹਦਾ ਧਿਆਨ ਰੱਖਿਓ, ਕਿਤੇ ਸੱਟ ਨਾ ਵੱਜ ਜਾਏ, ਕਿਤੇ ਹੋਰ ਕੁਝ ਨਾ ਹੋ ਜਾਏ, ਹੈ ਨਾ। ਤੇ ਤੀਜੀ ਗੱਲ ਜੋ ਮੈਨੂੰ ਸਭ ਤੋਂ ਜ਼ਿਆਦਾ ਗੁੱਸਾ ਲੱਗਦਾ ਉਹ ਇਹ ਹੈ ਕਿ no one has high expectations। ਮਤਲਬ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਨਹੀਂ ਹੈ ਤੇ ਉਮੀਦ ਵੀ ਨਹੀਂ ਹੁੰਦੀ ਸਾਡੇ ਤੋਂ, ਕਿਉਂਕਿ ਇਹ ਮੰਨਿਆ ਜਾਂਦਾ ਹੈ ਵੀ ਇਹ ਤਾਂ ਅਜੇ ਛੋਟਾ ਹੀ ਹੈ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗੀ responsibilities of children। ਮੇਰੇ ਘਰ ਵਿੱਚ ਬੱਚਿਆਂ ਦੀ ਕੀ ਜ਼ਿੰਮੇਵਾਰੀਆਂ ਹੈਗੀਆਂ ਨੇ? ਸਭ ਤੋਂ ਪਹਿਲਾਂ, ਮੇਕਿੰਗ ਬੈਡਸ, ਆਪਣੇ ਬਿਸਤਰੇ ਆਪ ਬਣਾਉਣਾ। ਦੂਜਾ, ਕੰਪਲੀਟ ਹੋਮਵਰਕ ਐਂਡ ਸਟੱਡੀ ਹਾਰਡ, ਮਿਹਨਤ ਕਰਕੇ ਪੜ੍ਹਾਈ ਕਰਨਾ। ਵਾਸ਼ਿੰਗ, folding, putting away laundry, ਧੋਣ ਵਾਲੇ ਕੱਪੜਿਆਂ ਨੂੰ ਪਰੇ ਰੱਖਣਾ, ਧੋਣਾ, ਮਸ਼ੀਨ ਵਿੱਚ ਪਾਣਾ ਤੇ ਫੋਲਡ ਕਰਕੇ ਰੱਖਣਾ। ਚੌਥਾ, helping parents in the kitchen, ਰਸੋਈ ਵਿੱਚ ਵੀ ਮੰਮੀ ਪਾਪਾ ਦੀ ਮਦਦ ਕਰਨਾ। ਤੇ ਹੁਣ ਗੱਲ ਕਰਦੇ ਹਾਂ responsibilities of elders। ਵੱਡਿਆਂ ਦੀ ਕੀ ਕੀ ਜ਼ਿੰਮੇਵਾਰੀ ਹੈਗੀ ਹੈ? ਸਭ ਤੋਂ ਪਹਿਲਾਂ, love the family। ਦੂਜਾ, support and care unconditionally। ਤੇ ਤੀਜਾ, take wise decisions। ਇਹ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜੋ ਵੱਡੇ ਹੈਗੇ ਨੇ ਘਰ ਵਿੱਚ। ਠੀਕ ਹੈ ਬੱਚਿਓ, ਅੱਗੇ ਹੈ skills of my parents, ਮੇਰੇ ਮਾਪਿਆਂ ਦੇ ਹੁਨਰ। ਰਿਲੇਸ਼ਨ, ਕੀ ਸਾਡਾ ਰਿਸ਼ਤਾ ਹੈਗਾ ਜਾਂ ਸੰਬੰਧ। ਮਦਰ ਫਾਦਰ, ਉਹਨਾਂ ਦਾ ਕਿਹੜਾ ਸਕਿੱਲ ਹੈ? ਸਕਿੱਲ ਦਾ ਮਤਲਬ ਉਹਨਾਂ ਦਾ ਹੁਨਰ। what have I learned, ਤੇ ਮੈਂ ਕੀ ਸਿੱਖਿਆ ਹੈ। ਜੇ ਮੈਂ ਗੱਲ ਕਰਾਂ ਮਦਰ ਦੀ ਤਾਂ ਉਹ ਹੈ ਬੈਸਟ ਕੁੱਕ, ਬਹੁਤ ਹੀ ਵਧੀਆ ਖਾਣਾ ਬਣਾਉਂਦੇ ਨੇ। ਤੇ ਮੈਂ ਉਹਨਾਂ ਤੋਂ ਕੀ ਸਿੱਖਿਆ ਹੈ? ਇੱਕ ਤਾਂ ਸਿੱਖੀ ਹੈ ਕੁਕਿੰਗ ਥੋੜੀ ਥੋੜੀ, ਤੇ ਨਾਲ ਦੀ ਨਾਲ ਟਾਈਮ ਮੈਨੇਜਮੈਂਟ, ਸਮੇਂ ਦੀ ਕਦਰ ਕਰਨਾ।
जे गल करिए पापा दी तां मैं लिखांगी skilled in keeping the family united and loving. And loving आ जाएगा ते मैं उन्हां तो ये सीखिया है कि do hard work and respect elders. ठीक है, अगला सवाल है I talk to my grandparents on the following topics. मैं अपने दादा दादी नाल हेठ लिखे विषयां ते गल करदा हां. मैं उन्हां नाल गल करदी हां एक्सपीरियंस उन्हां दा की सिੱਖਿਆ उन्हां ने जिंदगी तो स्किल्स स्टोरीज ते नाल दी नाल रोज दी न्यूज़ बारे भी. आओ लिख लइए about their experiences, comma skills उन्हां दे हुनर, कहानियां and daily news रोज दी खबरां. My family spends its evening at home in the following ways. ते इत्थे लिखिया भी मेरा परिवार अपनी शाम ਨੂੰ ਹੇਠ ਦਿੱਤੇ ਤਰੀਕਿਆਂ ਨਾਲ ਘਰ ਵਿੱਚ ਬਿਤਾਉਂਦਾ ਹੈ. या ਤਾਂ ਅਸੀਂ ਟੀਵੀ ਦੇਖਦੇ ਹਾਂ ਜਾਂ ਖੇਡਦੇ ਹਾਂ ਜਾਂ ਅਸੀਂ ਗੱਪਾਂ ਮਾਰਦੇ ਹਾਂ. Family time, cooking together, कुछ ना कुछ इकट्ठे बना लेंदे हैं. Watching TV, playing games, etc. Dash is closest to me in my family. ਤੇ ਇੱਥੇ ਪੁੱਛਿਆ ਗਿਆ ਵੀ ਮੇਰੇ ਪਰਿਵਾਰ ਵਿੱਚ ਮੇਰੇ ਸਭ ਤੋਂ ਨੇੜੇ ਕੌਣ ਹੈ. ਮੇਰੇ ਨੇੜੇ ਤਾਂ ਹੈਗੇ ਨੇ ਮੇਰੇ ਮੰਮੀ ਮਦਰ. ਅੱਗੇ ਹੈ ਬੇਟਾ ਕੰਪਲੀਟ ਦ ਫੋਲੋਇੰਗ ਸੈਂਟੈਂਸ. ਹੇਠ ਲਿਖੇ ਵਾਕ ਨੂੰ ਪੂਰਾ ਕਰੋ. I am proud of my family because ਮੈਨੂੰ ਆਪਣੇ ਪਰਿਵਾਰ ਤੇ ਮਾਣ ਹੈ ਕਿਉਂਕਿ I believe having a family makes life complete. दूजी गल I am proud of my family because of the faith we have towards God and each other. ਇੱਕ ਦੂਜੇ ਵੱਲ ਜਿਹੜਾ ਭਰੋਸਾ ਹੈ ਤੇ ਰੱਬ ਵੱਲ ਜਿਹੜਾ ਭਰੋਸਾ ਹੈ ਸਾਡਾ. ਤੇ ਸਭ ਤੋਂ ਜ਼ਰੂਰੀ ਗੱਲ we love each other and live happily together. ਬੱਚੋ ਇਸ ਤੋਂ ਇਲਾਵਾ ਤੁਸੀਂ ਇਹ ਵੀ ਲਿਖ ਸਕਦੇ ਹੋ despite of all the struggles we had, ਜੋ ਵੀ ਰੁਕਾਵਟਾਂ ਆਈਆਂ ਸਾਡੀ ਜ਼ਿੰਦਗੀ ਵਿੱਚ, through God's grace, ਰੱਬ ਦੀ ਮਿਹਰ ਨਾਲ, we survived everything. ਇਸ ਕਰਕੇ ਮੈਨੂੰ ਆਪਣੀ ਪਰਿਵਾਰ ਤੇ ਫਖਰ ਹੈ. Children, you are so lucky that you have a very lovely family.
but have you ever told your family members that you love them very much? ਬੱਚਿਓ, ਤੁਸੀਂ ਬਹੁਤ ਖੁਸ਼ਕਿਸਮਤ ਹੋ ਕਿ ਤੁਹਾਡਾ ਇੱਕ ਛੋਟਾ ਜਿਹਾ ਪਿਆਰਾ ਜਿਹਾ ਪਰਿਵਾਰ ਹੈ। ਪਰ ਕੀ ਤੁਸੀਂ ਕਦੇ ਆਪਣੇ ਭਾਵਨਾਵਾਂ ਬਾਰੇ ਕਿ ਤੁਸੀਂ ਆਪਣਾ ਕਿੰਨਾ ਪਿਆਰ ਕਰਦੇ ਹੋ ਆਪਣੇ ਪਰਿਵਾਰ ਨੂੰ, ਇਹ ਕਦੀ ਦੱਸਿਆ ਤੁਸੀਂ ਉਹਨਾਂ ਨੂੰ? Today you will go home and tell the whole family how much you love them. ਤੇ ਜੇ ਨਹੀਂ ਕੀਤਾ ਤਾਂ ਅੱਜ ਤੁਸੀਂ ਘਰ ਜਾ ਕੇ ਪੂਰੇ ਪਰਿਵਾਰ ਨੂੰ ਦੱਸੋਗੇ ਕਿ ਤੁਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹੋ। From today onwards, you will spend half an hour every day with your grandparents for a week, and next week you will tell the class what you have learned from them. ਤੇ ਅੱਜ ਤੋਂ ਤੁਸੀਂ ਇੱਕ ਹਫ਼ਤੇ ਲਈ ਹਰ ਰੋਜ਼ ਅੱਧਾ ਘੰਟਾ ਆਪਣੇ ਦਾਦਾ ਦਾਦੀ ਨਾਲ ਬਿਤਾਓਗੇ ਅਤੇ ਅਗਲੇ ਹਫ਼ਤੇ ਤੁਸੀਂ ਕਲਾਸ ਵਿੱਚ ਆ ਕੇ ਦੱਸੋਗੇ ਕਿ ਤੁਸੀਂ ਉਹਨਾਂ ਤੋਂ ਕੀ ਸਿੱਖਿਆ। ਅੱਗੇ ਚੱਲਦੇ ਹਾਂ। Dear children, whatever we are today is because of our parents. ਪਿਆਰੇ ਬੱਚਿਓ, ਅੱਜ ਅਸੀਂ ਜੋ ਵੀ ਹਾਂ ਉਹ ਸਾਡੇ ਮਾਪਿਆਂ ਦੇ ਕਾਰਨ ਹੈ। Many of our qualities are inherited. ਸਾਡੇ ਬਹੁਤ ਸਾਰੇ ਗੁਣ ਵਿਰਾਸਤ ਵਿੱਚ ਮਿਲਦੇ ਨੇ ਸਾਨੂੰ ਜਾਂ ਵਿਰਾਸਤ ਵਿੱਚ ਪ੍ਰਾਪਤ ਹੋਏ ਹਨ। In fact, our existence is our parents' greatest gift to us. ਤੇ ਇਹ ਵੀ ਦੱਸਿਆ ਗਿਆ ਹੈ ਵੀ ਦਰਅਸਲ ਸਾਡੀ ਜੋ ਹੋਂਦ ਹੈ, ਜੋ ਸਾਡੀ ਸ਼ਖਸੀਅਤ ਹੈ, ਉਹ ਸਾਡੇ ਮਾਪਿਆਂ ਦੀ ਸਭ ਤੋਂ ਵੱਡੀ ਦੇਣ ਹੈ ਜਾਂ ਦਾਤ ਹੈ। ਤਾਂ ਇੱਥੇ ਲਿਖਿਆ, let's try to connect more with your parents today and find out how much you know about your parents. ਤੇ ਅੱਜ ਆਪਣੇ ਮਾਪਿਆਂ ਨਾਲ ਹੋਰ ਜਾਣਕਾਰੀ ਉਹਨਾਂ ਤੋਂ ਲੈਂਦੇ ਹੈਗੇ ਆ ਤੇ ਦੇਖਦੇ ਆ, ਕੋਸ਼ਿਸ਼ ਕਰਦੇ ਆ ਪਤਾ ਕਰਨ ਦੀ ਵੀ ਤੁਸੀਂ ਆਪਣੇ ਮਾਪਿਆਂ ਨੂੰ ਕਿੰਨਾ ਕੁ ਜਾਣਦੇ ਹੋ। Fill the following performa about your mother or father. ਆਪਣੀ ਮਾਂ ਜਾਂ ਪਿਤਾ ਜੀ ਬਾਰੇ ਹੇਠ ਲਿਖੀ ਜਾਣਕਾਰੀ ਭਰੋ। You can also write about your grandparents or any other elder in the house. ਤੁਸੀਂ ਆਪਣੇ ਦਾਦਾ ਦਾਦੀ ਜਾਂ ਘਰ ਦੇ ਕਿਸੇ ਹੋਰ ਬਜ਼ੁਰਗ ਬਾਰੇ ਵੀ ਲਿਖ ਸਕਦੇ ਹੋ। Also fill the certificate and get it signed from the receiver. ਤੇ ਸਰਟੀਫਿਕੇਟ ਵੀ ਭਰਨਾ ਆ ਰਿਹਾ ਸਰਟੀਫਿਕੇਟ ਅਤੇ ਤੁਸੀਂ ਉਸ ਤੋਂ ਬਾਅਦ ਦਸਤਖਤ ਵੀ ਕਰਾਣੇ ਨੇ। ਤਾਂ ਇੱਥੇ ਤੁਸੀਂ ਲਿਖਣਾ ਹੈ ਵੀ ਤੁਸੀਂ ਕਿਹਦੇ ਬਾਰੇ ਜਾਣਕਾਰੀ ਦੇ ਰਹੇ ਹੋ। ਮੰਨ ਲਓ ਮੈਂ ਲਿਖ ਰਹੀ ਹਾਂ ਆਪਣੇ ਮਦਰ ਬਾਰੇ, ਮੰਮੀ ਬਾਰੇ। ਨੇਮ ਮਿਸਿਸ ਰੁਪਿੰਦਰ, ਕੌਰ, age 40 years, education B.Ed ਕੀਤੀ ਹੋਈ ਹੈ ਉਹਨਾਂ ਨੇ, favorite color red, favorite food dal and roti, hobby ਜੋ ਉਹਨਾਂ ਦੇ ਸ਼ੌਕ ਹੈਗੇ ਨੇ cooking, dream ਉਹਨਾਂ ਦਾ to make me an IAS officer. ਮੈਨੂੰ ਇੱਕ ਵੱਡਾ ਅਫਸਰ ਬਣਾਉਣਾ, ਉਹ ਉਹਨਾਂ ਦਾ ਸੁਪਨਾ ਹੈ। Is her biggest disappointment when I don't eat healthy. Food. The good things in her nature. Patience. ਬਹੁਤ ਸਹਿਨ ਸ਼ਕਤੀ ਹੈ ਉਹਨਾਂ ਵਿੱਚ। ਰਿਸਪੈਕਟ ਕਰਦੇ ਨੇ ਉਹ ਸਾਰਿਆਂ ਦੀ, ਨਾਲ ਦੀ ਨਾਲ ਸਭ ਨੂੰ ਪਿਆਰ ਕਰਦੇ ਨੇ, ਲਵ ਐਂਡ ਕੇਅਰ एवरीवन. The bad things in his her nature, worries a lot, ਬਹੁਤ ਫਿਕਰ ਕਰਦੇ ਰਹਿੰਦੇ ਨੇ ਹਰ ਕਿਸੇ ਦੀ। My qualities that match him ਜਾਂ her, ਮੇਰੀ ਜੋ ਖਾਸੀਅਤ ਹੈਗੀ ਹੈ ਜੋ ਉਹਨਾਂ ਨਾਲ ਮੇਲ ਖਾਂਦੀ ਹੈ ਉਹ ਇਹ ਹੈਗੀ ਹੈ ਵੀ ਮੈਂ ਵੀ ਵੱਡਿਆਂ ਦੀ ਇੱਜ਼ਤ ਕਰਦਾ ਹਾਂ। ਰਿਸਪੈਕਟ ਅਦਰਸ ਐਂਡ ਲਵ एवरीवन. ਹੁਣ ਇੱਥੇ ਲਿਖਿਆ ਹੈ the award for world's best mother.
goes to Mrs. Rupinder Kaur from Aman Singh। ਤੇ ਇੱਥੇ ਲਿਖਿਆ ਹੋਇਆ ਹੈ I love you very much. You are truly the best mother in the world। ਤੁਸੀਂ ਦੁਨੀਆ ਤੇ ਸਭ ਤੋਂ ਵਧੀਆ ਮਾਂ ਹੈਗੇ ਹੋ। ਇੱਥੇ ਆ ਗਿਆ ਸਿਗਨੇਚਰ, ਤੁਹਾਡੇ ਦਸਤਖਤ, ਤੇ ਇੱਥੇ ਜਾ ਕੇ ਰਿਸੀਵਰ ਦਾ ਮਤਲਬ ਹੈ ਜੋ ਇਹਨੂੰ ਲੈਣਗੇ, ਠੀਕ ਹੈ, ਜੋ ਇਹਨੂੰ ਪ੍ਰਾਪਤ ਕਰਨਗੇ ਉਹਨਾਂ ਦੇ ਸਿਗਨੇਚਰ, ਯਾਨੀ ਕਿ ਤੁਹਾਡੇ ਮੰਮੀ ਦੇ ਦਸਤਖਤ ਆ ਜਾਣਗੇ। ठीक है बेटा। After going home, write down with the help of your parents what you were not able to write in the above performer and get the certificate signed by the recipient at home। ਤੇ ਘਰ ਜਾਣ ਤੋਂ ਬਾਅਦ ਆਪਣੇ ਮਾਪਿਆਂ ਦੀ ਸਹਾਇਤਾ ਨਾਲ ਉੱਤੇ ਜੋ ਵੀ ਤੁਸੀਂ ਛੱਡਿਆ ਉਹ ਲਿਖ ਸਕਦੇ ਹੋ, ਜੋ ਤੁਸੀਂ ਉਪਰੋਕਤ ਪਰਫਾਰਮੇ ਵਿੱਚ ਲਿਖਣ ਦੇ ਯੋਗ ਨਹੀਂ ਸੀ, ਤੇ ਉਹ ਘਰ ਜਾ ਕੇ ਜਾਣਕਾਰੀ ਪ੍ਰਾਪਤ ਕਰਕੇ ਤੁਸੀਂ ਉਹ ਲਿਖ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨੂੰ ਵੀ ਤੁਸੀਂ ਆ ਦੋਗੇ, ਜੋ ਵੀ ਇਹ ਪ੍ਰਾਪਤ ਕਰੇਗਾ, ਉਹਦੇ ਸਾਈਨ ਜ਼ਰੂਰ ਕਰਾਓਗੇ। Children, do you know that in our country Mother's Day is celebrated on the second Sunday of May? ਕੀ ਬੱਚੋ ਤੁਹਾਨੂੰ ਪਤਾ ਹੈ ਕਿ ਇਸ ਜਾਣਕਾਰੀ ਦੇ ਬਾਰੇ ਕਿ ਸਾਡੇ ਦੇਸ਼ ਵਿੱਚ ਮਾਂ ਮਦਰਸ ਦਿਵਸ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਹਾਂਜੀ, ਫਾਦਰਸ ਡੇ ਔਨ 3rd Sunday of June, ਤੇ ਪਿਤਾ ਜੀ ਦਾ ਦਿਵਸ ਜੂਨ ਦੇ ਤੀਜੇ ਐਤਵਾਰ ਨੂੰ। ਗ੍ਰੈਂਡ ਪੈਰੈਂਟਸ ਡੇ ਔਨ the 1st Sunday of September, ਤੇ ਜਿਹੜੇ ਦਾਦਾ ਦਾਦੀ ਦਾ ਦਿਵਸ ਹੈ ਉਹ ਸਤੰਬਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। Make a card for them on these days and congratulate them। ਇਹਨਾਂ ਦਿਨਾਂ ਵਿੱਚ ਜਾਂ ਇਹਨਾਂ ਦਿਨਾਂ ਤੇ ਉਹਨਾਂ ਲਈ ਤੁਸੀਂ ਕਾਰਡ ਬਣਾ ਸਕਦੇ ਹੋ ਤੇ ਉਹਨਾਂ ਨੂੰ ਵਧਾਈ ਦੇ ਸਕਦੇ ਹੋ। Find out on what date these days will be celebrated this year। ਤੇ ਹੁਣ ਤੁਸੀਂ ਪਤਾ ਲਗਾਉਣਾ ਹੈ ਵੀ ਕਿਹੜੀ ਕਿਹੜੀ ਤਰੀਕ ਸੀ ਇਸ ਸਾਲ ਵਿੱਚ ਜਦ ਅਸੀਂ ਫਾਦਰਸ ਡੇ ਮਨਾਇਆ, ਮਦਰਸ ਡੇ ਮਨਾਇਆ ਜਾਂ ਗ੍ਰੈਂਡ ਪੈਰੈਂਟਸ ਡੇ ਮਨਾਇਆ। ਠੀਕ ਹੈ, ਹਰ ਸਾਲ ਵੱਖ-ਵੱਖ ਤਰੀਕ ਹੁੰਦੀ ਹੈ। ਅੱਗੇ ਚੱਲਦੇ ਹਾਂ। ਆ ਦੇਖੋ, ਮਦਰਸ ਡੇ ਸੀ 9 ਮਈ ਨੂੰ। ਫਾਦਰਸ ਡੇ 20th June। ਗ੍ਰੈਂਡ ਪੈਰੈਂਟਸ ਡੇ 5th September ਨੂੰ ਮਨਾਇਆ ਗਿਆ ਸੀ। ਅੱਗੇ ਲਿਖਿਆ ਹੈ Today you will go home and thank your parents for their unconditional love for you and for the work they do for the family, and try to help them as much as possible throughout the week। ਤੇ ਅੱਜ ਤੁਸੀਂ ਆਪਣੇ ਘਰ ਜਾਓਗੇ ਤੇ ਆਪਣੇ ਮਾਪਿਆਂ ਦਾ ਧੰਨਵਾਦ ਕਰੋਗੇ ਉਹਨਾਂ ਦੇ ਨਿਸਵਾਰਥ ਪਿਆਰ ਲਈ ਜੋ ਤੁਹਾਡੇ ਲਈ ਹੈ, ਤੇ ਨਾਲ ਦੀ ਨਾਲ ਤੁਸੀਂ ਇਹ ਵੀ ਧੰਨਵਾਦ ਕਰੋਗੇ ਵੀ ਉਹ ਤੁਹਾਡੇ ਪਰਿਵਾਰ ਲਈ, ਆਪਣੇ ਪਰਿਵਾਰ ਲਈ ਕਿੰਨਾ ਕੰਮ ਕਰਦੇ ਨੇ, ਕਿੰਨੀ ਮਿਹਨਤ ਕਰਦੇ ਨੇ, ਤੇ ਜਿੰਨਾ ਤੁਹਾਡੇ ਤੋਂ ਬਣਦਾ ਹੈ ਉਹਨਾਂ ਤੁਸੀਂ ਉਹਨਾਂ ਦੀ ਮਦਦ ਕਰੋਗੇ ਅਗਲੇ ਇੱਕ ਹਫ਼ਤੇ ਲਈ। ਠੀਕ ਹੈ ਬੱਚਿਓ, ਇੱਥੇ ਲਿਖਿਆ ਹੈ Dear children, let's try to find out through a questionnaire how your family relations are। Read the following and describe your behavior। ਤੇ ਪਿਆਰੇ ਬੱਚਿਓ, ਆਓ ਇੱਕ ਪ੍ਰਸ਼ਨਾਵਲੀ ਰਾਹੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਪਰਿਵਾਰ ਦੇ ਸੰਬੰਧ ਕਿਵੇਂ ਹਨ, ਤੇ ਹੇਠ ਲਿਖੇ ਜਿਹੜੇ ਵਾਕ ਹੈਗੇ ਨੇ ਉਹਨਾਂ ਨੂੰ ਪੜ੍ਹੋ ਅਤੇ ਆਪਣਾ ਸੁਝਾਅ ਦਿਓ ਉਹਨਾਂ ਪ੍ਰਤੀ। I speak to my parents respectfully। ਮੈਂ ਆਪਣੇ ਮਾਪਿਆਂ ਨਾਲ ਆਦਰ ਨਾਲ ਗੱਲ ਕਰਦਾ ਹਾਂ। Always ਦਾ ਮਤਲਬ ਹਮੇਸ਼ਾ, sometimes ਦਾ ਮਤਲਬ ਕਦੇ ਕਦੇ, never ਦਾ ਮਤਲਬ ਕਦੇ ਵੀ ਨਹੀਂ। ਮੈਂ ਹਮੇਸ਼ਾ ਹੀ ਆਦਰ ਦੇ ਨਾਲ ਗੱਲ ਕਰਦਾ ਹਾਂ। I help with household chores, ਇਸ ਦਾ ਮਤਲਬ ਹੁੰਦਾ ਹੈ ਮੈਂ ਘਰੇਲੂ ਕੰਮਾਂ ਵਿੱਚ ਸਹਾਇਤਾ ਕਰਦਾ ਹਾਂ। ਬਿਲਕੁਲ। I hang together with my siblings, ਮੈਂ ਆਪਣੇ ਭੈਣ ਭਰਾਵਾਂ ਨਾਲ ਰਲ ਮਿਲ ਕੇ ਰਹਿੰਦਾ ਹਾਂ। ਬਿਲਕੁਲ। I apologize on committing mistakes, ਮੈਂ ਆਪਣੀ ਗਲਤੀਆਂ ਲਈ ਮੁਆਫੀ ਵੀ ਮੰਗਦਾ ਹਾਂ। I accomplish the task on the first call of my parents, ਮੈਂ ਆਪਣੇ ਮਾਪਿਆਂ ਦੇ ਇੱਕ ਵਾਰੀ ਕਹਿਣ ਤੇ ਹੀ ਕੰਮ ਪੂਰਾ ਕਰ ਦਿੰਦਾ ਹਾਂ। ਹਮੇਸ਼ਾ
I clean my room myself. मैं अपना कमरा आप साफ करदा हां. I share everything with my siblings. मेरे भैन भरावां नाल सब कुछ साझा करदा हां. I keep my promises made to my parents. मैं अपने मापियां नाल कीते वादे भी पूरे करदा हां. I try to keep congenial environment at my home. मैं अपने घर विच सुखावा माहौल रखण दी कोशिश करदा हां हमेशा. I remain calm even when my demand is not fulfilled. ਜਦੋਂ ਮੇਰੀ ਮੰਗ ਪੂਰੀ ਨਹੀਂ ਹੁੰਦੀ ਤਦ ਵੀ ਮੈਂ ਸ਼ਾਂਤ ਹੀ ਰਹਿੰਦਾ ਹਾਂ ਹਮੇਸ਼ਾ ਜੀ. ਤੇ ਹੁਣ ਤੁਸੀਂ ਆਪਣੇ ਆਪ ਨੂੰ ਸਕੋਰ ਦੇਣੇ ਨੇ. ਜੇ ਤੁਸੀਂ ਆਲਵੇਜ਼ ਮਾਰਕ ਕੀਤਾ ਤਾਂ 3 ਨੰਬਰ ਹਰ ਸਵਾਲ ਤੇ, ਸਮਟਾਈਮਸ ਤਾਂ 2 ਨੰਬਰ ਦੇਣੇ ਨੇ, ਤੇ ਜੇ ਨੈਵਰ ਕੀਤਾ ਤਾਂ 1 ਨੰਬਰ. ਮੈਕਸਿਮਮ 30 ਨੰਬਰ ਹੈਗੇ ਨੇ ਤੁਹਾਡੇ ਤੇ ਮਿਨੀਮਮ ਨੰਬਰ ਜਿੰਨੇ ਤੁਸੀਂ ਲੈਣੇ ਘੱਟ ਤੋਂ ਘੱਟ ਉਹ 10 ਹੁੰਦੇ ਨੇ. मैं तो जी 10 ਦੇ 10 ठीक किते ने. 10 into 3 30 on 30 marks आ गए मेरे. ठीक है children, high scores reflect your good family relations. बच्चों ਉੱਚ ਸਕੋਰ ਜਾਂ ਉੱਚ ਨੰਬਰ ਤੁਹਾਡੇ ਚੰਗੇ ਪਰਿਵਾਰਕ ਸੰਬੰਧਾਂ ਦਾ ਗਵਾਹ ਹੈਗੇ ਨੇ ਜਾਂ ਸੰਬੰਧਾਂ ਨੂੰ ਦਰਸਾਉਂਦੇ ਨੇ. Review your behavior according to the questionnaire given above and write down in the given space what you will do to improve your relationships. उपरोक्त ਦਿੱਤੇ ਪ੍ਰਸ਼ਨਾਵਲੀ ਦੇ ਅਨੁਸਾਰ ਆਪਣੇ ਵਿਵਹਾਰ ਦੀ ਸਮੀਖਿਆ ਕਰੋ ਅਤੇ ਦਿੱਤੀ ਗਈ ਜਗ੍ਹਾ ਵਿੱਚ ਲਿਖੋ ਕਿ ਤੁਸੀਂ ਆਪਣੇ ਰਿਸ਼ਤੇ ਸੁਧਾਰਨ ਲਈ ਕੀ ਕਰੋਗੇ. ਮੈਂ ਤਾਂ ਜੀ ਇਹ ਸੋਚਿਆ ਵੀ ਮੈਂ ਆਪਣੇ ਘਰ ਵਿੱਚ ਰਿਸ਼ਤੇ ਹੋਰ ਸੁਧਾਰਨ ਲਈ ਹੋਰ ਵਧੀਆ ਕਰਨ ਲਈ ਸਭ ਤੋਂ ਪਹਿਲੀ ਗੱਲ I will do following things to improve my relationships. अपने रिश्ते सुधारन ਲਈ मैं हेठ लिखे काम या चीज़ा करांगी. नंबर 1, I will always speak to my parents respectfully. मैं हमेशा अपने मापिया नाल आदर नाल गल करांगी. दूजा, I will always help with household chores. मैं हमेशा घरेलू कामां विच सहायता करांगी. तीजा, I will always hang together with my siblings. मैं हमेशा अपने भैन भरावां नाल मिल के रहांगी. चौथा, I will always clean my room. मैं हमेशा अपने कमरे नू साफ करांगी. ते पंजवां, I will always apologize on committing mistakes. मैं हमेशा गलतियां करन तो बाद माफी मांग लांगी. आगे है, dear children, good family relationships are not only essential for family peace but also for our development. प्यारे बच्चों, चंगे परिवारक रिश्ते ना सिर्फ परिवारक शांति ਲਈ ਜ਼ਰੂਰੀ ਹਨ ਬਲਕਿ ਸਾਡੇ ਵਿਕਾਸ ਲਈ ਵੀ ਜ਼ਰੂਰੀ ਹਨ. It is only the family that stands by us in every situation. ਇਹ ਸਿਰਫ ਉਹ ਪਰਿਵਾਰ ਹੀ ਹੈਗਾ ਸਾਡਾ ਜਿਹੜਾ ਹਰ ਸਥਿਤੀ ਵਿੱਚ ਸਾਡੇ ਨਾਲ
ਖੜਾ ਹੁੰਦਾ ਹੈ, ਹਰ ਮੁਸ਼ਕਿਲ ਵਿੱਚ ਸਾਡੇ ਨਾਲ ਹੁੰਦਾ ਹੈ। We should pay special attention to the improvement of our family relations. ਸਾਨੂੰ ਆਪਣੇ ਪਰਿਵਾਰਕ ਸੰਬੰਧਾਂ ਨੂੰ ਜਾਂ ਸੰਬੰਧਾਂ ਨੂੰ ਸੁਧਾਰਨ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇੱਥੇ ਲਿਖਿਆ explain according to the following gestures how you will apply them in your family. ਹੇਠ ਦਿੱਤੇ ਜਿਹੜੇ ਸ਼ਬਦ ਹੈਗੇ ਨੇ ਉਹ ਵਰਤੋਂ ਕਰਕੇ ਤੁਸੀਂ ਇਹ ਦੱਸੋ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਕਿਵੇਂ ਲਾਗੂ ਕਰੋਗੇ। ਸਭ ਤੋਂ ਪਹਿਲਾ ਹੈਗਾ ਰਿਸਪੈਕਟ, ਜਿਹਦਾ ਮਤਲਬ ਹੁੰਦਾ ਹੈ ਆਦਰ। Recognizing the worth and dignity of every person is essential. We should respect our parents, teachers, and even our neighbors. It helps our children to learn respect our elders. ਤੇ ਇੱਥੇ ਮੈਂ ਇਹ ਲਿਖਾਂਗੀ ਵੀ ਹਰ ਵਿਅਕਤੀ ਦੀ ਕੀਮਤ ਅਤੇ ਮਾਣ ਨੂੰ ਪਛਾਣਨਾ ਜ਼ਰੂਰੀ ਹੈ। ਸਾਨੂੰ ਆਪਣੇ ਮਾਪਿਆਂ, ਅਧਿਆਪਕਾਂ ਅਤੇ ਆਂਢ ਗੁਆਂਢ ਵਿੱਚ ਰਹਿਣ ਵਾਲੇ ਲੋਕਾਂ ਦੀ ਵੀ ਕਦਰ ਕਰਨੀ ਚਾਹੀਦੀ ਹੈ, ਆਦਰ ਕਰਨਾ ਚਾਹੀਦਾ ਹੈ, ਜਿਸ ਨਾਲ ਬੱਚੇ ਚੀਜ਼ਾਂ ਵਧੀਆ ਸਿੱਖਦੇ ਨੇ। ਦੂਜਾ ਹੈ ਲਰਨ, ਜਿਹਦਾ ਮਤਲਬ ਸਿੱਖਣਾ। Learning plays a key role in transmitting and sustaining socio-cultural norms. When we are eager to learn at any stage, it helps to promote the value of learning to our kids. It describes the feeling of learning. ਜਿਹਦਾ ਮਤਲਬ ਇਹ ਹੈਗਾ ਹੈ ਵੀ ਸਿੱਖਿਆ ਸਮਾਜਿਕ ਸੱਭਿਆਚਾਰਕ ਨਿਯਮਾਂ ਨੂੰ ਸੰਚਾਰਿਤ ਅਤੇ ਕਾਇਮ ਰੱਖਣ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਹੈ। ਜਦੋਂ ਅਸੀਂ ਕਿਸੇ ਵੀ ਪੜਾਅ ਤੇ ਸਿੱਖਣ ਲਈ ਉਤਸੁਕ ਹੁੰਦੇ ਹਾਂ, ਇਹ ਸਾਡੇ ਬੱਚਿਆਂ ਨੂੰ ਵੀ ਸਿਖਾਉਂਦਾ ਹੈ ਵੀ ਕਿੰਨਾ ਜ਼ਰੂਰੀ ਹੈ ਉਤਸ਼ਾਹ ਰੱਖਣਾ ਕੋਈ ਵੀ ਨਵੀਂ ਚੀਜ਼ ਸਿੱਖਣ ਦੇ ਲਈ, ਤੇ ਇਹ ਭਾਵਨਾ ਹੋਣੀ ਵੀ ਬਹੁਤ ਜ਼ਰੂਰੀ ਹੈ ਆਪਣੇ ਵਿਕਾਸ ਦੇ ਲਈ। ਤੀਜਾ ਹੈ appreciate, ਜਿਹਦਾ ਮਤਲਬ ਹੁੰਦਾ ਹੈ ਕਦਰ ਕਰਨਾ। When children feel good about doing what's right, then they learn to measure the quality of their work.
Admire the children to do better instead of saying no need to do it again. Otherwise, they lose their confidence. It creates sense of sharpness and excitement. ਤੇ ਇੱਥੇ ਮੈਂ ਇਹ ਲਿਖਾਂਗੀ ਜਦੋਂ ਬੱਚੇ ਸਹੀ ਕੰਮ ਕਰਨ ਤੇ ਉਸ ਵਿੱਚ ਇਹ ਜ਼ਰੂਰੀ ਹੁੰਦਾ ਵੀ ਉਹਨਾਂ ਨੂੰ ਚੰਗਾ ਮਹਿਸੂਸ ਵੀ ਹੋਏ ਆਪਣੇ ਕੰਮ ਕਰਨ ਤੇ ਇਹ ਗੁਣਵਾਨ ਬਣਾਉਂਦਾ ਹੈ ਉਹਨਾਂ ਨੂੰ ਜੇ ਆਪਾਂ ਵੀ ਉਹਨਾਂ ਨੂੰ ਕਹੀਏ ਵੀ ਬਹੁਤ ਵਧੀਆ ਕੀਤਾ ਤੇ ਮੰਨ ਲਓ ਜੇ ਉਹਨਾਂ ਤੋਂ ਗਲਤੀ ਹੋ ਜੇ ਤੇ ਆਪਾਂ ਉਹਨਾਂ ਨੂੰ ਕਹਿ ਦਈਏ ਵੀ ਇਹ ਦੁਬਾਰਾ ਕਰਨ ਦੀ ਜ਼ਰੂਰਤ ਨਹੀਂ ਹੈ ਅਜਿਹਾ ਕਹਿਣ ਨਾਲ ਬੱਚਿਆਂ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਉਹ ਪਰੇਸ਼ਾਨ ਹੋ ਜਾਂਦੇ ਨੇ ਉਹਨਾਂ ਦਾ ਉਤਸ਼ਾਹ ਵੀ ਘੱਟ ਹੋ ਜਾਂਦਾ ਹੈ ਤੇ ਇਹ ਬਹੁਤ ਜ਼ਰੂਰੀ ਹੈ ਵੀ ਹਰ ਕਦਮ ਤੇ ਉਹਨਾਂ ਨੂੰ ਅਪਰੀਸ਼ੀਏਟ ਕੀਤਾ ਜਾਏ ਉਹਨਾਂ ਦੇ ਕੰਮ ਨੂੰ सहारिया जाए या फिर कदर की जाए। चौथा है अपोलोजाइज माफी मांगना। सॉरी एंड थैंक यू आर पार्ट ऑफ द लविंग continuum. If we don't say sorry, we find that it is difficult to receive thank you. When we apologize our mistakes, then definitely our children will learn it well. ਤੇ ਬਹੁਤ ਜ਼ਰੂਰੀ ਹੈ ਬੱਚਿਓ ਮਾਫੀ ਮੰਗਣਾ, ਮਾਫ ਕਰ ਦੇਣਾ ਤੇ ਧੰਨਵਾਦ ਕਹਿਣਾ। ਇਸ ਦੇ ਨਾਲ ਪਿਆਰ ਵੀ ਵੱਧਦਾ ਹੈ ਤੇ ਜੇ ਅਸੀਂ ਮਾਫੀ ਨਹੀਂ ਮੰਗਾਂਗੇ ਤਾਂ ਅਗਲਾ ਬੰਦਾ ਵੀ ਕਦੇ ਵੀ ਸਾਨੂੰ ਮਾਫ ਨਹੀਂ ਕਰੇਗਾ ਨਾ ਸਾਨੂੰ ਧੰਨਵਾਦ ਕਹੇਗਾ ਨਾ ਵਧੀਆ ਤਰੀਕੇ ਨਾਲ ਗੱਲ ਕਰੇਗਾ ਤੇ ਹਮੇਸ਼ਾ ਆਪਣੀ ਗਲਤੀ ਲਈ ਮਾਫੀ ਮੰਗ ਲੈਣੀ ਚਾਹੀਦੀ ਹੈ ਤੇ ਇਹ ਜਿਹੜੀ ਕੁਆਲਿਟੀ ਹੈ ਟ੍ਰੇਟ ਹੈਗਾ ਜਾਂ ਗੁਣ ਹੈ ਇਹ ਆਪਣੇ ਬੱਚਿਆਂ ਨੂੰ ਵੀ ਸਿਖਾਉਣਾ ਚਾਹੀਦਾ ਹੈ। कॉन्टिन्यूम कहते हैं नु जिसका मतलब होता है पूरे सिलसिले का। अगला है हेल्प, मदद करना।
Children learn from their parents. If parents show helping nature towards others, it creates the same values in the kids too. ਬੱਚੇ ਆਪਣੇ ਮਾਪਿਆਂ ਤੋਂ ਬਹੁਤ ਕੁਝ ਸਿੱਖਦੇ ਨੇ ਤੇ ਜੇ ਮਾਪੇ ਦੂਜਿਆਂ ਪ੍ਰਤੀ ਮਦਦ ਦਾ ਵਿਵਹਾਰ ਰੱਖਦੇ ਨੇ ਤੇ ਬੱਚੇ ਵੀ ਉਹੀ ਕਦਰਾਂ ਕੀਮਤਾਂ ਸਿੱਖਦੇ ਨੇ ਉਹਨਾਂ ਵਿੱਚ ਵੀ ਉਹੀ ਚੀਜ਼ ਪੈਦਾ ਹੁੰਦੀ Be thankful, शुक्रगुजार होना. It is very important to teach kids to be thankful for everything. If we inculcate the thought of thankfulness, then it transfers our entire outlook of life. ਤੇ ਬੱਚਿਆਂ ਨੂੰ ਹਰ ਚੀਜ਼ ਦਾ ਸ਼ੁਕਰਗੁਜ਼ਾਰ ਹੋਣਾ, ਸ਼ੁਕਰੀਆ ਅਦਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਚੀਜ਼ਾਂ ਸਿਖਾਣਾ ਤੇ ਜੇ ਆਪਾਂ ਇਹ ਚੀਜ਼ਾਂ ਉਹਨਾਂ ਵਿੱਚ ਸਿਖਾਉਂਦੇ ਨੇ ਤਾਂ ਉਹਨਾਂ ਦਾ ਪੂਰਾ ਜ਼ਿੰਦਗੀ ਦਾ ਨਿਰਦੇਸ਼ ਜੋ ਹੈ ਉਹ ਬਦਲ ਜਾਂਦਾ ਹੈ ਉਹ ਕਿਵੇਂ ਜ਼ਿੰਦਗੀ ਦੇਖਦੇ ਨੇ ਉਹ ਵੀ प्रभावित होता है अगला है गिव टाइम जिसका मतलब है समा देना. Parents are the first teacher to have an influence on the child and their values. When all members of our family sit together and discuss good moral values, it helps children to learn these values and spend quality time with the family. जिसका मतलब है मापे पहले अध्यापक होंगे ने जिन्हां तो बच्चे बहुत कदरा की ਦਾ ਸਿੱਖਦੇ ਨੇ ਤੇ ਉਹਨਾਂ ਦਾ ਪ੍ਰਭਾਵ ਵੀ ਉਹਨਾਂ ਉੱਤੇ ਪੈਂਦਾ ਹੈ ਜਦੋਂ ਪੂਰਾ ਪਰਿਵਾਰ ਸਾਰੇ ਮੈਂਬਰ ਇਕੱਠੇ ਬੈਠ ਕੇ ਗੱਲਬਾਤ ਕਰਦੇ ਨੇ ਵਧੀਆ ਚੀਜ਼ਾਂ ਸਿੱਖਦੇ ਨੇ ਤਾਂ ਉਸ ਦਾ ਪ੍ਰਭਾਵ ਵਧੀਆ ਬੱਚਿਆਂ ਤੇ ਵੀ ਪੈਂਦਾ ਹੈ
ਅਗਲਾ ਹੈ forgive, ਮਾਫ ਕਰਨਾ। ਜੇ ਅਸੀਂ ਵਿਵਾਦਾਂ ਨੂੰ ਨਹੀਂ ਸੁਲਝਾ ਸਕਦੇ, ਨਹੀਂ ਸਾਂਭ ਸਕਦੇ, ਤਾਂ ਸਿਰਫ ਇਹ ਕਹਿ ਦੇਣਾ ਵੀ ਮਾਫ ਕਰ ਦੋ, ਇਹ ਬਿਲਕੁਲ ਵੀ ਕਾਫੀ ਨਹੀਂ ਹੈ। ਮਾਫੀ ਹਮੇਸ਼ਾ ਸਾਡੇ ਦਿਲ ਤੋਂ ਆਣੀ ਚਾਹੀਦੀ ਹੈ। ਜੇ ਦਿਲ ਤੋਂ ਆਉਂਦੀ ਹੈ ਤੇ ਇਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਗਿਆਨ ਦੇ ਸਕਦੇ ਨੇ। अगला है show love, प्यार दिखाना। In today's life, it is difficult to express love to others. If we are free to express ourselves in front of others, then we have more self-love and self-respect. This in turn will teach our kids how to show their love towards each other. ਅੱਜ ਦੀ ਜ਼ਿੰਦਗੀ ਵਿੱਚ ਦੂਜਿਆਂ ਨਾਲ ਪਿਆਰ ਦਾ ਇਜ਼ਹਾਰ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਸਾਡੇ ਕੋਲ ਟਾਈਮ ਨਹੀਂ ਹੁੰਦਾ, ਅਸੀਂ ਦੂਜਿਆਂ ਨੂੰ ਦੱਸ ਨਹੀਂ ਸਕਦੇ ਵੀ ਅਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹਾਂ। ਤੇ ਜੇ ਆਪਾਂ ਆਪਣੇ ਆਪ ਨੂੰ ਦੂਜਿਆਂ ਦੇ ਸਾਹਮਣੇ ਪ੍ਰਗਟ ਕਰਨਾ ਸਿੱਖ ਲਈਏ ਵੀ ਅਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹਾਂ, ਉਹਨਾਂ ਦੀ ਕਿੰਨੀ ਕਦਰ ਕਰਦੇ ਹਾਂ, ਇਸ ਨਾਲ ਵਧੇਰੇ ਪਿਆਰ ਵਧੇਗਾ ਤੇ ਨਾਲ ਦੀ ਨਾਲ ਸਵੈ ਪਿਆਰ ਤੇ ਸਵੈ ਸਤਿਕਾਰ ਵੀ ਵੱਧ ਜਾਂਦਾ ਹੈ। अगला है सैक्रिफाइस, जिसका मतलब ਹੁੰਦਾ है कुर्बानी, त्याग देना। It is mandatory to have a feeling of sacrifice in our life, in which we are giving up our valuable thing for the need of others. When you do this kind of work in front of your children, it inculcates the value of sacrifice automatically. जिसका मतलब ये है
ਵੀ ਸਾਡੇ ਜੀਵਨ ਵਿੱਚ ਕੁਰਬਾਨੀ ਦੀ ਭਾਵਨਾ ਦਾ ਹੋਣਾ ਲਾਜ਼ਮੀ ਹੈ, ਜਿਸ ਵਿੱਚ ਅਸੀਂ ਦੂਜਿਆਂ ਦੀ ਜ਼ਰੂਰਤ ਲਈ ਆਪਣੀ ਕੀਮਤੀ ਚੀਜ਼ ਵੀ ਤਿਆਗ ਕਰ ਰਹੇ ਹੁੰਦੇ ਹਨ। ਤੇ ਜਦੋਂ ਬੱਚੇ ਇਹ ਚੀਜ਼ਾਂ ਦੇਖਦੇ ਨੇ, ਉਹਨਾਂ ਦੇ ਸਾਹਮਣੇ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ, ਤਾਂ ਉਹ ਆਪਣੇ ਆਪ ਹੀ ਕੁਰਬਾਨੀ ਦੇ ਮੁੱਲ ਨੂੰ ਸਿੱਖ ਲੈਂਦੇ ਨੇ। आगे है जॉय ऑफ शेयरिंग, साझा करके मिल बांट के खाण दी खुशी। चिल्ड्रन, sharing is important not only for a loving and comfortable family environment but also for creating a good society। ਬੱਚਿਓ, ਸਾਂਝੇਦਾਰੀ ਨਾ ਸਿਰਫ ਇੱਕ ਪਿਆਰ ਭਰੇ ਅਤੇ ਆਰਾਮਦਾਇਕ ਪਰਿਵਾਰ ਦੇ ਮਾਹੌਲ ਲਈ ਜ਼ਰੂਰੀ ਹੈ, ਬਲਕਿ ਚੰਗੇ ਸਮਾਜ ਦੀ ਵੀ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ। Remember to give something to someone. You need not to be rich with money, but rich by heart। ਯਾਦ ਰੱਖੋ, ਕਿਸੇ ਨੂੰ ਕੁਝ ਦੇਣ ਲਈ ਤੁਹਾਨੂੰ ਪੈਸੇ ਦੀ ਜ਼ਰੂਰਤ ਨਹੀਂ ਹੈ, ਪੈਸੇ ਨਾਲ ਅਮੀਰ ਹੋਣ ਦੀ ਲੋੜ ਨਹੀਂ ਹੈ, ਬਲਕਿ ਦਿਲੋਂ ਅਮੀਰ ਹੋਣ ਦੀ ਜ਼ਰੂਰਤ ਹੈ। Think and write down which things you have that you can give to someone else। ਸੋਚੋ ਅਤੇ ਲਿਖੋ ਕਿ ਤੁਹਾਡੇ ਕੋਲ ਕਿਹੜੀਆਂ ਚੀਜ਼ਾਂ ਹਨ ਜੋ ਤੁਸੀਂ ਕਿਸੇ ਹੋਰ ਨੂੰ ਦੇ ਸਕਦੇ ਹੋ। For this, you can build a virtue shop, नेकी दी दुकान in your street, locality, or the school class with the consent of your teacher। ਤੇ ਇਸ ਦੇ ਲਈ ਤੁਸੀਂ ਆਪਣੇ ਅਧਿਆਪਕ ਦੀ ਸਹਿਮਤੀ ਨਾਲ ਆਪਣੀ ਗਲੀ, ਇਲਾਕੇ ਜਾਂ ਸਕੂਲ ਕਲਾਸ ਵਿੱਚ ਨੇਕੀ ਦੀ ਦੁਕਾਨ ਬਣਾ ਸਕਦੇ ਹੋ। ਆਓ ਇਹਨੂੰ ਲਿਖ ਲਈਏ, ਜॉय ऑफ शेयरिंग। Sharing is the base of development and nurturing of all human relationships। It brings inherent joy and happiness। Sharing is an important part of social and intellectual development। You are part of family and school where you can build healthy relationships with everyone and enjoy experiences and foster love। ਜਿਹਦਾ ਮਤਲਬ ਇਹ ਹੈ ਵੀ ਸਾਂਝਾ ਕਰਨਾ ਕਿਸੇ ਵੀ ਚੀਜ਼ ਨੂੰ ਬਹੁਤ ਜ਼ਰੂਰੀ ਹੈ। ਸਾਂਝੇਦਾਰੀ ਸਾਰੇ ਮਨੁੱਖੀ ਰਿਸ਼ਤਿਆਂ ਦੇ ਵਿਕਾਸ ਦੇ ਲਈ ਪਾਲਣ ਪੋਸ਼ਣ ਦਾ ਆਧਾਰ ਹੈ। ਇਹ ਅੰਦਰੂਨੀ ਖੁਸ਼ੀ ਅਤੇ ਬਹੁਤ ਜ਼ਿਆਦਾ ਚੀਜ਼ਾਂ ਸਾਨੂੰ ਸਿਖਾਉਂਦੀ ਹੈ ਤੇ ਨਾਲ ਦੀ ਨਾਲ ਵਿਕਾਸ ਦੇ ਵਿੱਚ ਵੀ ਸਾਡੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਤੁਸੀਂ ਪਰਿਵਾਰ ਅਤੇ ਸਕੂਲ ਦਾ ਹਿੱਸਾ ਹੋ, ਜਿੱਥੇ ਤੁਸੀਂ ਸਾਰਿਆਂ ਨਾਲ ਮਿਲ ਵਰਤ ਕੇ ਰਹਿਣਾ ਹੁੰਦਾ ਹੈ, ਸਹਿਮਤੀ ਨਾਲ ਰਹਿਣਾ ਹੁੰਦਾ ਹੈ, ਤੇ ਇਸ ਲਈ ਬਹੁਤ ਜ਼ਰੂਰੀ ਹੈ ਵੀ ਆਪਾਂ ਰਲ ਮਿਲ ਕੇ ਇੱਕ ਦੂਜੇ ਨਾਲ ਪਿਆਰ ਨਾਲ ਰਹੀਏ। ਆਓ ਇਹਨੂੰ ਲਿਖ ਲੈਂਦੇ ਆ।
इंटलैक्चुअल का मतलब होता है दिमागी विकास। फॉस्टर लव का मतलब होता है प्यार वधाना। अगे है स्पेशल सुजैशंस फ्रॉम द टीचर टू द स्टूडेंट। अध्यापक वालों विद्यार्थियों लिए विशेष सुझाव। सुझाव ए है कि ऑलवेज apologize for committing मिस्टेक्स। जे तुहाडे तो कोई भी गलती हो जाए तो माफी मंगणों पीछे ना हटो, हमेशा माफी मांग लो। ते नाल दी नाल ये भी याद रखो कि फैमिली प्लेज द मोस्ट इम्पोर्टेंट रोल इन ब्यूटिफाइंग आर लाइफ। साडी जिंदगी नूं होर खुशहाल होर सोहना बनाउण विच साडा परिवार सब तो ज्यादा अहम भूमिका निभाता है ते सानू सारिਆਂ नाल प्यार रखना चाहिदा है। ते इसी बच्चों अज दी क्लास बहुत जरूरी सी भी सीखना कि कितना जरूरी है अपने परिवार के सारे मैंबरां नाल रल मिल के रहना ते उन्हां दा आदर सम्मान करते हुए प्यार भी करना। मैं उम्मीद करदी हां तुसीं बहुत कुछ सीखिया होएगा। हुण आपां अगली क्लास मिलांगे, तद तक बाय बाय, टेक केयर।